ਰੋਟੀ ਰੱਬ ਦਿੰਦਾ ਪੈਨਾਂ ਵਿੱਚੋਂ ਬੜੀ ਮੌਜ ਰੱਬ ਨੇ ਲਾਈ ਏ। ਜੇ ਇੱਥੇ ਸਿਆਲਕੋਟ ਦੇ ਇਲਾਕੇ ਦੀਆਂ ਬੱਕਰੀਆਂ ਨੇ, ਨਹੀਂ ਕੋਈ ਵੀ ਜੇ ਹੋਰ ਇਲਾਕੇ ਦੀਆਂ ਮੈਂ ਨਹੀਂ ਕੋਈ 3 ਕਿਲੋ ਵੀ ਦੇੜਦੀਆਂ ਨੇ, 4 ਕਿਲੋ ਵੀ ਦੇੜਦੀਆਂ ਨੇ। ਦੁੱਧ ਹੀ ਨਹੀਂ ਕੋਈ ਵੀ ਅਸੀਂ ਬਾਨ ਕਰਦੇ ਕਿਸੇ ਨਾਲ ਵੀ ਅਸੀਂ ਇੰਨਾ ਦੁੱਧ ਦਿਆਂਗੇ ਜਾਂ 5 ਕਿਲੋ ਹੋਏਗਾ 6 ਕਿਲੋ, ਐਵੇਂ ਲੋਕ ਝੂਠ ਮਾਰਦੇ ਨੇ। ਬੱਕਰੀਆਂ ਆਪਣਾ ਦੁੱਧ 2.5 ਕਿਲੋ ਤੋਂ ਲੱਗ ਕੇ ਤੇ 3 ਕਿਲੋ ਸਾਰੇ ਦੁੱਧ ਬੱਕਰੀ ਥੱਲੇ। ਸਾਲ 'ਚ 2 ਵਾਰਾਂ ਸੂਏ ਲਈ ਬੱਕਰੀ ਦੇ ਪੱਲੇ ਕੱਖ ਨਹੀਂ ਰਹਿੰਦਾ, ਚਰਬੀ ਨਹੀਂ ਰਹਿੰਦੀ ਬੱਕਰੀ ਦੇ ਵਿੱਚ, ਨਾ ਬੱਕਰੀ ਦਾ ਟੌਰ ਹੀ ਬਣਦਾ। ਮੇਰਾ ਸੱਜਣ ਜਿਹਾ ਤੋਂ ਉਹਨੇ ਮੈਨੂੰ ਪੈਸੇ ਦਿੱਤੇ ਹਜੇ, ਉਹਦੇ ਨਾਲ ਰਲ ਕੇ ਫਿਰ ਇਹ ਲਈਆਂ ਸਨ ਤੇ 4 ਸਾਲ ਤੋਂ ਬਾਅਦ ਫਿਰ ਐ ਆਪੋ ਚ ਅੱਧੋ ਦੀ ਕੀਤੀਆਂ। ਅਸਾਂ 3-3 4-4 ਲੱਖ ਰੁਪਈਆ ਵੀ ਵੰਡਿਆ ਹਜੇ, ਉਹਦਾ ਵੀ 2 ਲੱਖ ਰੁਪਈਆ ਵਾਪਸ ਦਿੱਤਾ ਸੀ। ਮਾਸ਼ਾ ਤੇ ਅੱਲਾ ਦਾ ਕਰਮ ਹੈ। ਹੁਣ ਇਸ ਵੇਲੇ 25 ਤਰੀਕ ਦਾ ਮਾਲ ਹੈ ਮੇਰੇ ਕੋਲ ਬੈਠਾ ਹੈ। ਸ਼ੁਕਰ ਹੈ ਉਸ ਅੱਲਾ ਦੀ ਜ਼ਾਤ ਦਾ, ਮੌਜਾਂ ਲਾਈਆਂ ਨੇ ਰੱਬ ਨੇ। अस्सलाम वालेकुम। वालेकुम अस्सलाम। अंकल जी की हाल है? अल्हम्दुलिल्लाह, शुक्र है जी। अंकल जी ये अपना नाम ते दसो। मेरा नाम जी अब्दुल मजीद है। इलाका केड़ा जे? इलाका जी तहसील पसरूर ते जिला सियालकोट ते पिंड केड़ा जे? पिंड मेरा उच्चा पहाड़। अच्छा अंकल जी ये दसो है जेड़ा बकरियां दा कारोबार कर रहे हो किन्ने अरसे तो कर रहे हो? ये मेरा है बचपन का काम है। अच्छा बचपन दा माशाअल्लाह। अच्छा दसो तुहाडा बचपन दा तजर्बा जेड़ा इस कारोबार दे हवाले कैसा आ रहा है? साढ़े वास्ते जी बड़ा चंगा आ रहा है, अल्लाह की मेहरबानी नाल ठीक ठाक रहा है। अल्लाह के करम है, रोटी रब दिंदा पैना विचों, बड़ी मौज रब ने लाई है। अच्छा ए दसो है जेड़ियां तुसीं बकरियां अंकल जी रखियां ने केड़ी नस्ल दियां जे? ये इत्थे सियालकोट दे इलाके दियां बकरियां ने, नहीं कोई जे होर इलाके दियां मैं नहीं कोई भी लिया के रखी दियां। यानी कि सियालकोटी नस्ल है सारी? हाँ जी हाँ जी बिल्कुल। अच्छा दसो है जी सियालकोटी नस्ल है ਇਹਦੀ खूबी की है? ये दुध ज्यादा देंदी है या रंग रूप ਇਹਦਾ सोहना ਹੁੰਦਾ दूसरियां बकरियां नालों? दुध यार लेना किसी ने अपनी हिसाब का, अपने हिसाब का। ये 3 किलो भी देड़दियां ने, 4 किलो भी देड़दियां ने। दुध ही नहीं कोई भी ਅਸੀਂ ਬਾਨ ਕਰਦੇ ਕਿਸੇ ਨਾਲ ਵੀ ਅਸੀਂ ਇੰਨਾ ਦੁੱਧ ਦਿਆਂਗੇ ਜਾਂ 5 ਕਿਲੋ ਹੋਏਗਾ 6 ਕਿਲੋ, ਐਵੇਂ ਲੋਕ ਝੂਠ ਮਾਰਦੇ ਨੇ। ਬੱਕਰੀਆਂ ਆਪਣਾ ਦੁੱਧ 2.5 ਕਿਲੋ ਤੋਂ ਲੱਗ ਕੇ ਤੇ 3 ਕਿਲੋ ਸਾਰੇ ਦੁੱਧ ਬੱਕਰੀ ਥੱਲੇ। ਜਿਹੜਾ ਦਾ ਆਪਣਾ ਜੀ ਜੀ। ਤੇ ਜਿਹੜਾ ਲੋਕ ਭਰਦੇ ਨੇ ਜ਼ੁਲਮ ਕਰਦੇ ਨੇ, ਸਾਡੇ ਤੇ ਸਾਰੀ ਜ਼ਿੰਦਗੀ ਇਹ ਕੰਮ ਆ ਨਹੀਂ ਕੀਤਾ ਤੇ ਨਾ ਕਰਨਾ ਜੀ। ਠੀਕ ਹੋ ਗਿਆ। ਅੱਛਾ ਅੰਕਲ ਜੀ ਇਹ ਦੱਸੋ ਇਹਨਾਂ ਦਾ ਦੁੱਧ ਕਿੰਨੇ ਰੁਪਏ ਸੇਲ ਕਰਦੇ ਹੋ? ਇਹਨਾਂ ਦਾ ਦੁੱਧ ਸੇਲ ਕਰਦੇ ਹੋ ਕਿ ਬੱਚੇ ਸੇਲ ਕਰਦੇ ਹੋ? ਗੱਲ ਹੈ ਦੁੱਧ ਵੀ ਵੇਚੀਦਾ ਤੇ ਬੱਚੇ ਵੀ ਵੇਚੀਦੇ ਨੇ, ਤੇ ਨਾ ਵੀ ਇੱਕ ਸ਼ਾਇ ਅਸੀਂ ਵੇਚਨੇ ਆ। ਤੇ ਬੱਚਾ ਇਹਨਾਂ ਦਾ ਕਿੰਨਾ ਕੁ ਬੱਚਾ ਕਿੰਨਾ ਮਹੀਨਾ ਦਾ? 20,000 ਦਾ, 25 ਦਾ, ਇੱਥੇ ਜੇ ਵੇਚ ਛੜੀਦਾ। ਤੇ ਇੱਕ ਬੱਕਰੀ ਕੋਲੋਂ ਸਾਲ ਚ ਕਿੰਨੇ ਸੂਏ ਲੈਂਦੇ ਹੋ? ਬਸ ਇਹ ਤੇ ਇੱਕੋ ਵਾਰੀ ਸਾਲ ਚ ਸੂਆ ਲੈਂਦੇ ਆ। ਕੁਝ ਲੋਕ ਸਾਲ ਚ 2 ਦਫਾ ਸੂਏ ਲੈਂਦੇ ਨੇ। ਉਹ ਜੀ ਉਹਨਾਂ ਦੀ ਮਰਜ਼ੀ ਹੈ, ਸਾਲ ਚ 2 ਵਾਰਾਂ ਸੂਏ ਲਈ ਬੱਕਰੀ ਦੇ ਪੱਲੇ ਕੱਖ ਨਹੀਂ ਰਹਿੰਦਾ, ਚਰਬੀ ਨਹੀਂ ਰਹਿੰਦੀ ਬੱਕਰੀ ਦੇ ਵਿੱਚ, ਨਾ ਬੱਕਰੀ ਦਾ ਟੌਰ ਹੀ ਬਣਦਾ। ਅੱਛਾ ਅੰਕਲ ਜੀ ਇਹ ਦੱਸੋ ਜਦੋਂ ਇਹ ਤੁਸੀਂ ਕਾਰੋਬਾਰ ਸਟਾਰਟ ਕੀਤਾ ਸੀ ਕਿੰਨੀਆਂ ਬੱਕਰੀਆਂ ਤੋਂ ਸਟਾਰਟ ਕੀਤਾ ਸੀ? ਇਹ ਇੱਕ ਤੋਂ ਹੀ ਕੀਤਾ ਸੀ ਸਟਾਰਟ ਪਹਿਲਾਂ ਤੇ ਜੀ। ਫਿਰ ਕੋਈ 4 ਸਾਲ ਰਹਿ ਕੇ ਇਹ ਮੇਰੇ ਕੋਲ ਹੋ ਗਈਆਂ ਕੋਈ 35-40 ਜੀ। ਫਿਰ ਕੋਈ ਕੁਦਰਤ ਵੱਲੋਂ ਕੋਈ ਆ ਗਈ ਸੀ ਬਿਮਾਰੀ ਜਿਹੀ, ਉਹ ਬਿਮਾਰੀ ਨੇ ਮੁਕਾ ਹੀ ਛੜੀਆਂ ਹਨ ਮੇਰੇ ਕੋਲ। ਮੈਂ ਕੋਈ 5-7 ਸਾਲ 10 ਸਾਲ ਵਿੱਚ ਵਿਹਲਾ ਵੀ ਰਿਹਾ, ਸਵਾ ਇਹਨਾਂ ਤੋਂ ਕੰਮ ਹੋਰ ਮੇਰਾ ਕੋਈ ਨਹੀਂ ਤੇ ਨਾ ਮੈਂ ਕਰਨਾ ਹੀ। ਤੇ ਜਦੋਂ ਬਿਮਾਰੀ ਆ ਗਈ ਸੀ ਤੁਹਾਡੇ ਕੋਲੋਂ ਬੱਕਰੀਆਂ ਚਲੀ ਗਈਆਂ ਹਨ, ਉਹ ਕਿਹੜੀ ਬਿਮਾਰੀ ਆਈ ਸੀ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਕਿੰਨੀਆਂ ਬੱਕਰੀਆਂ ਤੋਂ ਸਟਾਰਟ ਕੀਤਾ ਤੇ ਕਿੰਜ ਸਟਾਰਟ ਕੀਤਾ? ਸਾਡੇ ਦੋਸਤਾਂ ਨੂੰ ਸਾਰੀ ਇਨਫੋਰਮੇਸ਼ਨ ਦੱਸੋ। ਅਗਰ ਕਿਹੜੇ ਕੋਈ ਨਵਾਂ ਦੋਸਤ ਬੱਕਰੀਆਂ ਖਰੀਦ ਕੇ ਕੋਈ ਕਾਰੋਬਾਰ ਕਰਨਾ ਚਾਹੇ, ਉਹਨੂੰ ਇਸ ਬਾਰੇ ਮਾਲੂਮ ਹੋਏ ਕਿ ਇਹਨੂੰ ਬੱਕਰੀਆਂ ਦੇ ਵਿੱਚ ਕੁਝ ਨੁਕਸਾਨ ਹੋ ਜਾਂਦਾ, ਉਹਦੀ ਵਜ੍ਹਾ ਕੀ ਹੁੰਦੀ ਹੈ, ਕਿਸ ਵਜ੍ਹਾ ਨਾਲ ਇਹਨਾਂ ਦੇ ਨੁਕਸਾਨ ਜਾਂ ਕੋਈ ਬਿਮਾਰੀ ਆਈ ਜਾਂਦੀ ਹੈ? ਬਿਮਾਰੀ ਨਾਲ ਹੀ ਨੁਕਸਾਨ ਹੁੰਦਾ, ਔਰ ਅੱਗੇ ਰਹਿੰਦੇ ਤੇ ਅੱਲਾ ਦੀ ਮਿਹਰਬਾਨੀ ਨਾਲ ਪਾਸੇ ਲਾ ਹਟਦੀਆਂ ਨੇ, ਕੋਈ ਸਮਝ ਹੀ ਨਹੀਂ ਆਉਂਦੀਆਂ ਵੀ ਕਿੰਨੀਆਂ ਹੋ ਜਾਂਦੀਆਂ ਨੇ। ਇਹ ਤੇ 1 ਸਾਲ ਨਾ ਵਿੱਚੋਂ ਵੇਚੀਏ, ਇਹ ਤੇ ਘਰ ਭਰ ਛੱਡਦੀਆਂ ਤੇ ਰੋਟੀ ਵੀ ਦਿੰਦੀਆਂ ਨੇ ਚੰਗੀ, ਜਿਸ ਤਰ੍ਹਾਂ ਦੀ ਕੋਈ ਚਾਹੇ ਉਸ ਤਰ੍ਹਾਂ ਦੀ। ਇਹ ਨਹੀਂ ਭਈ ਇਹਨਾਂ ਦਾ ਨਹੀਂ ਕੋਈ ਵੀ ਅੱਲਾ ਖੈਰ ਕਰੇ, ਇਹ ਜਿਉਂਦੀਆਂ ਰਹਿਣ, ਸਾਹ ਇਹਨਾਂ ਦੇ ਰੱਬ ਲੰਮੇ ਕਰੇ ਤੇ ਕੋਈ ਟੈਨਸ਼ਨ ਨਹੀਂ ਇਹਨਾਂ। ਅੱਛਾ ਜੀ ਅੰਕਲ ਜੀ ਦੱਸੋ, ਜਦੋਂ ਤੁਸੀਂ ਕਹਿੰਦੇ ਹੋ ਕਿ ਪਹਿਲੇ ਬਿਮਾਰੀ ਦੇ ਨਾਲ ਖਤਮ ਹੋ ਗਈਆਂ ਹਨ, ਉਸ ਤੋਂ ਬਾਅਦ ਜਦੋਂ ਦੁਬਾਰਾ ਸ਼ੁਰੂ ਕੰਮ ਕੀਤਾ ਸੀ ਉਹ ਕਿਸ ਤਰੀਕੇ ਨਾਲ ਤੁਸੀਂ ਕੀਤਾ? ਕਿੰਨੀਆਂ ਬੱਕਰੀਆਂ ਤੋਂ ਕੀਤਾ ਸੀ? ਉਹ ਜੀ ਇੱਕ
ਬੰਦਾ ਸੀ ਮੇਰਾ ਸੱਜਣ ਜਿਹਾ ਤੇ ਉਹਨੇ ਮੈਨੂੰ ਪੈਸੇ ਦਿੱਤੇ ਹਜੇ, ਉਹਦੇ ਨਾਲ ਰਲ ਕੇ ਫਿਰ ਇਹ ਲਈਆਂ ਸਨ ਤੇ 4 ਸਾਲ ਤੋਂ ਬਾਅਦ ਫਿਰ ਐ ਆਪੋ ਚ ਅੱਧੋ ਦੀ ਕੀਤੀਆਂ। ਆਹ 3-3 4-4 ਲੱਖ ਰੁਪਈਆ ਵੀ ਵੰਡਿਆ ਜੇ, ਉਹਦਾ ਵੀ 2 ਲੱਖ ਰੁਪਈਆ ਵਾਪਸ ਦਿੱਤਾ ਸੀ। ਮਾਸ਼ਾਅੱਲਾ। ਤੇ ਅੱਲਾ ਦਾ ਕਰਮ ਹੈ, ਹੁਣ ਇਸ ਵੇਲੇ 25 ਤਰੀਕ ਦਾ ਮਾਲ ਹੈ ਮੇਰੇ ਕੋਲ ਆ ਬੈਠਾ ਹੈ। ਸ਼ੁਕਰ ਹੈ ਉਸ ਅੱਲਾ ਦੀ ਜ਼ਾਤ ਦਾ, ਮੌਜਾਂ ਲਾਈਆਂ ਨੇ ਰੱਬ ਨੇ। ਅੱਛਾ, ਤੁਸੀਂ ਜਿਵੇਂ ਦੱਸਦੇ ਪਏ ਹੋ ਤੁਸੀਂ ਆਪਣੇ ਦੋਸਤ ਕੋਲੋਂ 2.5 ਲੱਖ ਤੋਂ ਮਾਲ ਲਿਆ ਸੀ, ਉਹ 2.5 ਲੱਖ ਦਾ ਕਿੰਨਾ ਮਾਲ ਆਇਆ? ਉਹਦੇ ਤੋਂ ਤੁਸੀਂ ਪ੍ਰੋਫਿਟ ਵੀ ਖਰੀਦੇ ਅੱਗੋਂ ਹਾਸਲ ਕੀਤਾ, ਉਸ ਤੋਂ ਬਾਅਦ ਤੁਸੀਂ ਅੱਧੋ ਵੱਧ ਵੀ ਇਹਦਾ ਨਫਾ ਦਾ ਬੱਕਰੀਆਂ ਕੀਤੀਆਂ। 7 ਲਈਆਂ ਹਜੇ ਜੀ, 7 ਬੱਕਰੀਆਂ ਤੋਂ ਮਾਸ਼ਾਅੱਲਾ ਹੁਣ ਸਾਰਾ ਕਰੋ। ਬੱਕਰੀਆਂ ਤੋਂ ਮਾਨਾ ਬੜਾ ਹੀ ਮਾਲ ਮਾਸ਼ਾਅੱਲਾ ਰੱਬ ਨੇ ਕੀਤਾ ਸੀ। ਤੇ ਜਿੱਦਣ ਵੇਚ ਵਿਚਾ ਕੇ ਵੰਡੀਆਂ ਨਾ ਬੱਕਰੀਆਂ, 8-8 9-9 ਬੱਕਰੀਆਂ ਵੰਡੀਆਂ ਹਨ ਤੇ ਕੋਈ 5-5 6-6 ਬੱਚੇ ਆਏ ਹਨ ਸਾਨੂੰ। ਤੇ ਜਿੱਦਣ ਵੰਡੀਆਂ ਉਦੋਂ ਵੀ 35-35 ਹਜ਼ਾਰ ਰੁਪਇਆ ਫੇਰ ਆ ਗਿਆ ਮਾਸ਼ਾਅੱਲਾ। ਅੱਛਾ, ਇਹ ਦੱਸੋ ਸਾਡੇ ਦੋਸਤਾਂ ਨੂੰ ਅਗਰ ਕੋਈ ਇਹਨਾਂ ਨੂੰ ਕੋਈ ਬਿਮਾਰੀ ਆਈ ਏ ਜਾਂ ਉਹਦਾ ਫਿਰ ਕੀ ਸੱਦੇਬਾਬ ਕਰਨਾ ਚਾਹੀਦਾ? ਕੋਈ ਦੇਸੀ ਇਲਾਜ, ਕੋਈ ਦਾਰੂ, ਇਹ ਕੋਈ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ? ਡਾਕਟਰੀ ਇਲਾਜ ਵੀ ਅੱਜ ਕੱਲ੍ਹ ਲੋਕ ਬੜਾ ਕਰਾਉਂਦੇ ਨੇ ਤੇ ਕਰਦੇ ਨੇ। ਉਹ ਜਦੀ ਤੇ ਆਪੇ ਹੀ ਕਰ ਲੈਨੇ ਆ, ਕਿਤੇ ਕੋਈ ਮਿਰਚ ਲੂਣ ਦੇ, ਕੋਈ ਕਿਤੇ ਕੋਈ ਟੀਕਾ 5 ਗ੍ਰਾਮ ਦਾ ਲਿਆ ਕੇ ਲਾ ਲਾ। ਅੱਲਾਹ ਪਾਕ ਦਾ ਕਰਮ ਹੀ ਅਸੀਂ ਉਹ ਦੂਰੀਆਂ ਦਵਾਈਆਂ ਨਹੀਂ ਕਦੇ ਇਸਤੇਮਾਲ ਕਰਦੇ। ਤੇ ਅੱਛਾ, ਇਹਨਾਂ ਨੂੰ ਖੁਰਾਕ ਕੀ ਖਿਲਾਉਂਦੇ ਹੋ ਤੁਸੀਂ? ਖੁਰਾਕ ਬੇਰਹਾਲ ਤੇ ਬਾਹਰ ਹੀ ਇਹ ਫਿਰਦੀਆਂ ਨੇ, ਚੁਗਦੀਆਂ ਨੇ, ਜੋ ਲੱਭੇ ਖਾਂਦੀਆਂ ਫਿਰਦੀਆਂ, ਸਵਾਂਗ ਜੈਂਦਰ ਢਾਂਗਰ। ਤੇ ਜਦੋਂ ਸਿਆਲ ਆਏ ਫਿਰ ਅਸੀਂ ਪੱਠੇ ਸਟਾਲੇ ਸਟੂਲੇ ਤੇ ਫਿਰ ਸਿੰਜੀ ਵਗੈਰਾ ਪਾਉਂਦੇ ਆ। ਅੱਛਾ, ਕੁਝ ਦੋਸਤ ਆ ਬਜ਼ੁਰਗੋ ਕਹਿੰਦੇ ਨੇ ਕਿ ਜਿਹੜੀਆਂ ਬੱਕਰੀਆਂ ਨੇ ਇਹ ਸੋਨੇ ਦੀਆਂ ਰੋਟੀਆਂ ਵੀ ਖਵਾ ਦਿੰਦੀਆਂ ਨੇ। ਆਹੋ ਤੇ ਜੀ ਜਾਇਜ਼ ਹੈ ਕਿ ਹੱਕ ਦੀ ਗੱਲ ਹੈ, ਜਦੋਂ ਰੱਖੀਆਂ ਹੁਣ ਤੇ ਫਿਰ ਸਭ ਕੁਝ ਹੀ ਕਰਦੀਆਂ। ਅੱਛਾ ਬਜ਼ੁਰਗੋ, ਸਾਡੇ ਜਿਹੜੇ ਦੋਸਤ ਵੀਡੀਓ ਵੇਖਦੇ ਨੇ ਉਹਨਾਂ ਦਾ ਵੀ ਅਜ਼ੇਨ ਹੈ ਤੁਹਾਡੀ ਵੀਡੀਓ ਵੇਖ ਕੇ ਕਿ ਅਸੀਂ ਇਹ ਕਾਰੋਬਾਰ ਸ਼ੁਰੂ ਕਰੀਏ। ਸੋ ਬਿਸਮਿਲ੍ਲਾ ਜੀ। ਤੇ ਉਹਨਾਂ ਨੂੰ ਕੋਈ ਮਸ਼ਵਰਾ ਦਵੋ ਕਿਹੜੀ ਨਸਲ ਦੀਆਂ ਉਹ ਬੱਕਰੀਆਂ ਲੈਣ ਤੇ ਕਿਸ ਤਰੀਕੇ ਦੀਆਂ ਰਹਿਣ? ਦੇਖੋ ਜੀ, ਉਹ ਤਾਂ ਆਪੋ ਆਪਣੀ ਕਿਸੇ ਮਰਜ਼ੀ ਕਰਨੀ। ਹੁਣ ਲੋਕੀ ਸਾਈ ਵਾਲੋਂ ਜਾ ਕੇ ਲਿਆਉਂਦੇ ਨੇ, ਕੋਈ ਆਦਮ ਚੌਕ ਤੋਂ ਲੈ ਰਿਹਾ, ਕੋਈ ਕਿਤੋਂ ਲੈ ਰਿਹਾ। ਸਾਡੀਆਂ ਇਹ ਘਰ ਦੀਆਂ ਨੇ, ਆਹ ਨਾ ਜੇ ਕਿਤੋਂ ਲਈਆਂ ਜੇ ਤੇ ਨਾ ਸਾਡੇ ਕੋਲ ਜ਼ਰੂਰਤ ਹੀ ਪਈ ਹੈ ਵੀ ਜਾ ਕੇ ਬੱਕਰੀ ਕਿਤੋਂ ਕੋਈ 1.5 ਲੱਖ ਦੀ 2 ਦੀ ਲੈ ਆਈਏ। ਹੁਣ ਬੱਕਰੀਆਂ ਦੇ ਮੁੱਲ ਬੜੇ ਨੇ, ਜਦੋਂ ਕੋਈ ਜਾ ਕੇ ਐਡੀ ਕਿ ਲੈ ਲਈ ਠਾਲਾ ਲੈਣਾ, ਮੈਂ 90,000 ਰੁਪਇਆ ਲੈਣਾ ਜੀ। ਤੇ ਸਾਡਾ ਤੇ ਘਰ ਦਾ ਹੀ ਮਾਲ ਜੇ ਅੱਲਾ ਖੈਰ ਕਰੇ। ਤੁਹਾਡੇ ਕਹਿਣ ਦਾ ਮਕਸਦ ਹੈ ਜਿਹੜੀ ਕੋਈ ਬੱਕਰੀਆਂ ਲੈਣੀਆਂ ਨੇ, ਕੋਈ ਇਹਦਾ ਨਖ ਲੈਂਦਾ ਸਿਆਲਕੋਟੀ ਲੈ ਕੇ ਰੱਖਣ ਤੇ ਉਹ ਚੰਗੀਆਂ ਨੇ, ਦੇਸੀ ਨੇ, ਦੂਸਰੀਆਂ ਦਾ ਰੱਖ ਲੈਂਦਾ ਏਡੀਆਂ ਚੰਗੀਆਂ ਨਹੀਂ? ਸਾਡੇ ਇਲਾਕੇ ਦਾ ਹੀ ਮਾਲ ਚੰਗਾ ਹੁੰਦਾ, ਸਿਆਲਕੋਟ ਦਾ। ਐਵੇਂ ਜਾ ਕੇ ਲੋਕੀ ਦੂਰੋਂ ਪਹਿਲਾਂ ਫਿਰ ਦਵਾਈਆਂ ਸਪਰੇਆਂ ਹੀ ਬੜੀਆਂ ਕਰਾਉਂਦੀਆਂ ਨੇ, ਉਹ ਤੇ ਜੂ ਨਾਲ ਰਲਦੀਆਂ ਹੀ ਨਹੀਂ। ਅੱਛਾ ਦੱਸੋ, ਜਿੰਨਾ ਤੁਸੀਂ ਮਾਸ਼ਾਅੱਲਾ ਮਾਲ ਰੱਖਿਆ ਦਾ, ਹਾਂਜੀ, ਇਹ ਮਾਲ ਅਗਰ ਕਿਸੇ ਦੋਸਤ ਨੇ ਰੱਖਿਆ ਹੋਏ ਤੇ ਸਾਲ ਦਾ ਕਿੰਨਾ ਕੁ ਉਹਨੂੰ ਮੁਨਾਫਾ ਦੇ ਜਾਂਦਾ? ਮੁਨਾਫਾ ਜੀ ਅੱਲਾ ਦੀ ਜ਼ਾਤ ਦੇਣਾ ਬੜਾ ਦਿੰਦੀ ਹੈ ਮੁਨਾਫਾ। ਮੁਨਾਫੇ ਦਾ ਨਾ ਕੋਈ ਕਰੋ ਵੀ ਮੈਂ ਹੁਣ ਇੰਨਾ ਤੋਂ ਨਾ 10 ਲੱਖ ਲੱਭ ਜਾਂਦਾ ਜਾਂ 20 ਲੱਖ ਲੱਭ ਜਾਂਦਾ। ਇਹ ਆਪੋ ਆਪਣੇ ਭਾਗ ਨੇ, ਇਹ ਤਾਂ ਮੂੰਹ ਆਈ ਰੋਜ਼ੀ ਵੀ ਉਹ ਖੋ ਸਕਦਾ। ਆਪਣੇ ਆਪਣੇ ਮੁਕੱਦਰ ਨੇ, ਯਾਨੀ ਕਿ ਅੱਲਾਹ ਤਾਲਾ ਰੋਜ਼ੀ ਇਸ ਕਾਰੋਬਾਰ 'ਚ ਚੰਗੀ ਦੇ ਛੱਡਦਾ। ਬੱਲੇ ਜੀ ਬੜੀ ਰੋਜ਼ੀ ਇਹਦੇ 'ਚ। ਅੱਛਾ ਬਜ਼ੁਰਗੋ, ਬਹੁਤ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ ਨੇ। ਅੱਛਾ, ਜਿਹੜੇ ਸਾਡੇ ਕੋਈ ਦੋਸਤ ਸਾਡੀ ਵੀਡੀਓ ਵੇਖਦੇ ਨੇ, ਕੋਈ ਬੱਕਰੀਆਂ ਬਾਰੇ ਤੁਹਾਡੇ ਕੋਲੋਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋਣ ਤੇ ਅੰਕਲ ਜੀ ਹੋਰਾਂ ਦਾ ਮੋਬਾਈਲ ਨੰਬਰ? ਮੇਰਾ ਜੀ ਮੋਬਾਈਲ ਨੰਬਰ 0332 87 14 865। ਤੇ ਇਹਦੇ ਤੇ WhatsApp ਬਣਿਆ ਜੇ? ਜੀ, ਮਿਹਰਬਾਨੀ ਅੰਕਲ ਜੀ, ਬਹੁਤ ਅੱਛੀ ਤੁਸੀਂ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਅੱਲਾਹ ਹਾਫਿਜ਼।